BTV ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸਿਮਰਨਜੀਤ ਕੋ ਲੈ ਕੇ ਹਾਜ਼ਰ ਹਾਂ ਕੈਨੇਡਾ ਤੇ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਿਨ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਮੁੱਖ ਖਬਰਾਂ ਦੇ ਨਾਲ। ਕੁਬੈਕ ਨੇ ਮੌਂਟਰੀਅਲ ਵਿੱਚ ਅਸਥਾਈ ਵਿਦੇਸ਼ੀ ਕਾਮਿਆਂ ਤੇ 6 ਮਹੀਨਿਆਂ ਦੇ ਫ੍ਰੀਜ਼ ਦਾ ਕੀਤਾ ਐਲਾਨ। ਕੈਨੇਡਾ ਵਿੱਚ ਸੰਭਾਵੀ ਰੇਲ ਹੜਤਾਲ ਨਾਲ ਮੀਟ, ਕਾਰ ਅਤੇ ਗੈਸ ਦੀ ਸਪਲਾਈ ਨੂੰ ਖਤਰਾ। ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਸਪੇਨ ਦੀ ਮਾਰੀਆ ਬ੍ਰੇਨੀਆਸ ਦਾ 117 ਸਾਲ ਦੀ ਉਮਰ ਵਿੱਚ ਹੋਇਆ ਦੇਹਾਂਤ। ਜਨਰਲ ਹਸਪੀਟਲ ਡਰਾਮਾ ਸੀਰੀਜ਼ ਦੇ ਐਕਟਰ ਜੋਨੀ ਵੈਕਟਰ ਦੇ ਕਤਲ ਦਾ 4 ਵਿਅਕਤੀਆਂ ਤੇ ਲੱਗਿਆ ਦੋਸ਼। ਹੁਣ ਖਬਰਾਂ ਵਿਸਥਾਰ ਨਾਲ। ਕੈਨੇਡਾ ਬੋਰਡਰ ਸਰਵਿਸਿਜ਼ ਏਜੰਸੀ CBSA ਨੇ ਐਲਾਨ ਕੀਤਾ ਕਿ ਬੀਤੇ ਦਿਨ ਕੈਨੇਡਾ ਦੇ ਕਈ ਸਭ ਤੋਂ ਵੱਡੇ ਹਵਾਈ ਅੱਡਿਆਂ ਤੇ ਕੰਮਕਾਜ ਵਿੱਚ ਵਿਘਨ ਪਾਉਣ ਵਾਲੇ ਪਾਰਸ਼ਲ ਸਿਸਟਮ ਆਊਟੇਜ ਤੋਂ ਬਾਅਦ ਸੇਵਾਵਾਂ ਨੂੰ ਬਹਾਲ ਕਰ ਦਿੱਤਾ ਗਿਆ ਹੈ। ਆਊਟੇਜ ਕਾਰਨ ਟੋਰਾਂਟੋ ਪੀਅਰਸਨ ਹਵਾਈ ਅੱਡੇ ਅਤੇ ਮੌਂਟਰੀਅਲ ਟਰੂਡੋ ਅੰਤਰਰਾਸ਼ਟਰੀ ਹਵਾਈ ਅੱਡੇ ਵਿੱਚ ਕਸਟਮ ਵਿੱਚ ਦੇਰੀ ਹੋਈ, ਜਿੱਥੇ ਉਡੀਕ ਸਮੇਂ ਨੂੰ ਘਟਾਉਣ ਲਈ ਯਾਤਰੀਆਂ ਦੀ ਹੱਥੀਂ ਕਾਰਵਾਈ ਕੀਤੀ ਗਈ। ਸਿਸਟਮ ਆਊਟੇਜ ਕਾਰਨ ਟੋਰਾਂਟੋ ਪੀਅਰਸਨ ਵਿਖੇ ਟਰਮੀਨਲ 1 ਅਤੇ 3 ਤੇ ਮੁੱਖ ਤੌਰ ਤੇ ਪ੍ਰਭਾਵਿਤ ਨਿਰੀਖਣ ਕਿਓਸਕ ਜਾਰੀ ਹੋਇਆ। ਹਾਲਾਂਕਿ ਇਹ ਹੁਣ ਪੂਰੀ ਤਰ੍ਹਾਂ ਕਾਰਜਸ਼ੀਲ ਹਨ। ਸਥਿਤੀ ਸਥਿਰ ਹੋਣ ਤੇ ਯਾਤਰੀਆਂ ਨੂੰ ਕਸਟਮ ਤੇ ਬਾਅਦ ਵਿੱਚ ਵੀ ਥੋੜਾ ਲੰਬਾ ਸਮਾਂ ਇੰਤਜ਼ਾਰ ਕਰਨਾ ਪਿਆ। ਉੱਥੇ ਮੌਂਟਰੀਅਲ ਟਰੂਡੋ ਹਵਾਈ ਅੱਡੇ ਨੇ ਪਾਰਸ਼ਲ ਆਊਟੇਜ ਸਿਸਟਮ ਤੋਂ ਘੱਟ ਪ੍ਰਭਾਵ ਦੀ ਰਿਪੋਰਟ ਕੀਤੀ, ਪਰ ਸਾਵਧਾਨ ਕੀਤਾ ਕਿ ਕੁਝ ਦੇਰੀ ਫਿਰ ਵੀ ਹੋ ਸਕਦੀ ਹੈ। ਇਸ ਦੌਰਾਨ ਓਟਵਾ ਇੰਟਰਨੈਸ਼ਨਲ ਏਅਰਪੋਰਟ ਆਊਟੇਜ ਨਾਲ ਪ੍ਰਭਾਵਿਤ ਨਹੀਂ ਹੋਇਆ। ਅਜੇ ਤੱਕ CBSA ਨੇ ਆਊਟੇਜ ਦੇ ਕਾਰਨਾਂ ਬਾਰੇ ਵੇਰਵੇ ਨਹੀਂ ਦਿੱਤੇ ਹਨ, ਪਰ ਯਾਤਰੀਆਂ ਨੂੰ ਭਰੋਸਾ ਦਿਵਾਇਆ ਕਿ ਆਮ ਕੰਮਕਾਜ ਮੁੜ ਸ਼ੁਰੂ ਹੋ ਗਿਆ ਹੈ। ਜੈਸਪਰ ਨਿਵਾਸੀ ਐਲਿਸ ਫੂਬਰ ਲਗਭਗ 1 ਮਹੀਨਾ ਪਹਿਲਾਂ ਜੰਗਲ ਦੀ ਅੱਗ ਨੇ ਭਾਈਚਾਰੇ ਨੂੰ ਤਬਾਹ ਕਰਨ ਤੋਂ ਬਾਅਦ ਪਹਿਲੀ ਵਾਰ ਆਪਣੇ ਘਰ ਵਾਪਸ ਪਰਤੀ, ਜਿੱਥੇ ਉਸਦੇ ਫ੍ਰਿਜ ਵਿੱਚੋਂ ਤੇਜ਼ ਗੰਧ ਨੇ ਉਸ ਲਈ ਆਪਣੀ ਜਗ੍ਹਾ ਨੂੰ ਪਛਾਣਨਾ ਮੁਸ਼ਕਲ ਕਰ ਦਿੱਤਾ ਸੀ। ਜਿਵੇਂ ਕਿ ਫੂਬਰ ਅਤੇ ਹੋਰ ਵਸਨੀਕਾਂ ਨੇ ਨੁਕਸਾਨ ਦਾ ਮੁਲਾਂਕਣ ਕੀਤਾ, ਉਹਨਾਂ ਨੇ ਆਪਣੇ ਸ਼ਹਿਰ ਨੂੰ ਖੰਡਰ ਵਿੱਚ ਪਾਇਆ, ਜਿੱਥੇ 1/3 ਢਾਂਚੇ ਤਬਾਹ ਹੋ ਗਏ ਸਨ। ਕੁਝ ਨੂੰ ਤਬਾਹੀ ਦੇ ਦੌਰਾਨ ਗੁਆਂਢੀਆਂ ਨਾਲ ਗੱਲਬਾਤ ਕਰਦੇ ਦੇਖਿਆ ਗਿਆ, ਜਦੋਂ ਕਿ ਦੂਸਰੇ ਸਫਾਈ ਦੇ ਯਤਨਾਂ ਵਿੱਚ ਲੱਗੇ ਹੋਏ ਸੀ, ਜਿਵੇਂ ਕਿ ਛੱਤਾਂ ਤੇ ਹਥੌੜਾ ਮਾਰਨਾ ਜਾਂ ਗਰਾਜਾਂ ਨੂੰ ਸਾਫ਼ ਕਰਨਾ। ਹਾਲਾਂਕਿ ਜੰਗਲ ਦੀ ਅੱਗ ਹੁਣ ਕਾਬੂ ਹੇਠ ਹੈ ਅਤੇ ਵਸਨੀਕਾਂ ਨੂੰ ਪਿਛਲੇ ਸ਼ੁੱਕਰਵਾਰ ਨੂੰ ਆਪਣੇ ਘਰਾਂ ਨੂੰ ਵਾਪਸ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ। ਅਧਿਕਾਰੀਆਂ ਨੇ ਫੈਸਲਾ ਕੀਤਾ ਹੈ ਕਿ ਮੀਡੀਆ ਮੈਂਬਰਸ ਨੂੰ ਛੱਡ ਕੇ ਸੈਲਾਨੀਆਂ ਨੂੰ ਆਉਣ ਵਾਲੇ ਭਵਿੱਖ ਲਈ ਜੈਸਪਰ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪਾਲਣਾ ਨੂੰ ਯਕੀਨੀ ਬਣਾਉਣ ਲਈ ਇੱਕ ਮਹੱਤਵਪੂਰਨ ਪੁਲਿਸ ਮੌਜੂਦਗੀ ਹਰ ਵੇਲੇ ਮੌਜੂਦ ਹੋਵੇਗੀ। ਹਾਲਾਂਕਿ ਇਹ ਅਨਿਸ਼ਚਿਤ ਹੈ ਕਿ ਕੀ RCMP ਉਹਨਾਂ ਲੋਕਾਂ ਲਈ ਗ੍ਰਿਫਤਾਰੀਆਂ ਕਰੇਗਾ ਜੋ ਛੱਡਣ ਤੋਂ ਇਨਕਾਰ ਕਰਦੇ ਹਨ। ਜਾਣਕਾਰੀ ਮੁਤਾਬਕ ਜੈਸਪਰ ਦੇ ਮੇਅਰ ਰਿਚਰਡ ਆਇਰਲੈਂਡ ਦੇ ਘਰ ਸਮੇਤ ਜੰਗਲ ਦੀ ਅੱਗ ਨਾਲ ਪ੍ਰਭਾਵਿਤ ਖੇਤਰਾਂ ਦੇ ਆਲੇ ਦੁਆਲੇ ਵਾੜ ਲਗਾਈ ਗਈ ਹੈ। ਆਇਰਲੈਂਡ ਨੇ ਨੇਡਨ ਵਰਗੇ ਅਧਿਕਾਰੀਆਂ ਨਾਲ ਮਿਲ ਕੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਸੈਲਾਨੀਆਂ ਲਈ ਇਹ ਢੁਕਵਾਂ ਸਮਾਂ ਨਹੀਂ ਹੈ। ਬਹੁਤ ਸਾਰੇ ਸਥਾਨਕ ਕਾਰੋਬਾਰ ਜੋ ਸੈਲਾਨੀਆਂ ਨੂੰ ਪੂਰਾ ਕਰਦੇ ਹਨ, ਉਹ ਅਜੇ ਵੀ ਨੁਕਸਾਨ ਦਾ ਮੁਲਾਂਕਣ ਕਰ ਰਹੇ ਹਨ ਅਤੇ ਦੁਬਾਰਾ ਖੋਲ੍ਹਣ ਤੋਂ ਪਹਿਲਾਂ ਸਟਾਫਿੰਗ ਯੋਜਨਾਵਾਂ ਤੇ ਕੰਮ ਕਰ ਰਹੇ ਹਨ। ਇੱਕ 79 ਸਾਲਾ ਔਰਤ ਪੈਟਰੋਨੇਲਾ ਮੈਕਨੋਰਗਨ ਨੂੰ ਲੰਡਨ ਓਨਟਾਰੀਓ ਦੀ ਅਦਾਲਤ ਵਿੱਚ 3 ਸਾਲ ਦੀ ਪ੍ਰੋਬੇਸ਼ਨ ਤੋਂ ਬਾਅਦ 2 ਸਾਲ ਦੀ ਨਜ਼ਰਬੰਦੀ ਦੀ ਸਜ਼ਾ ਸੁਣਾਈ ਗਈ ਹੈ। ਮੈਕਨੋਰਗਨ ਤੇ ਸਾਲ 2021 ਵਿੱਚ ਆਪਣੀ SUV ਨੂੰ ਗਰਲ ਗਾਈਡਸ ਦੇ ਇੱਕ ਸਮੂਹ ਉੱਤੇ ਚੜਾਉਣ ਦਾ ਦੋਸ਼ੀ ਠਹਿਰਾਇਆ ਗਿਆ, ਜਿਸ ਦੇ ਨਤੀਜੇ ਵਜੋਂ ਇੱਕ 8 ਸਾਲ ਦੀ ਬੱਚੀ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖਮੀ ਹੋ ਗਏ ਸੀ। ਮੈਕਨੋਰਗਨ ਦੀ ਨਜ਼ਰਬੰਦੀ ਦੀਆਂ ਸ਼ਰਤਾਂ ਵਿੱਚ ਉਸ ਦੀਆਂ ਹਰਕਤਾਂ ਤੇ ਸਖਤ ਪਾਬੰਦੀਆਂ ਸ਼ਾਮਲ ਹਨ, ਜਿਵੇਂ ਕਿ ਸਿਰਫ ਜ਼ਰੂਰੀ ਲੋੜਾਂ, ਡਾਕਟਰੀ ਮੁਲਾਕਾਤਾਂ ਅਤੇ ਚੱਚ ਦੀ ਸੇਵਾਵਾਂ ਲਈ ਉਸ ਦਾ ਘਰ ਛੱਡਣਾ। ਇਸ ਦੌਰਾਨ ਜੱਜ ਜਸਟਿਸ ਹੇਬਨਰ ਨੇ ਸਜ਼ਾ ਦੇ ਇੱਕ ਮਹੱਤਵਪੂਰਨ ਕਾਰਕ ਵਜੋਂ ਪਛਤਾਵੇ ਦੀ ਕਮੀ ਨੂੰ ਨੋਟ ਕਰਦੇ ਹੋਏ ਸ਼ਾਮਲ ਪਰਿਵਾਰਾਂ ਤੇ ਮੈਕਨੋਰਗਨ ਦੀਆਂ ਕਾਰਵਾਈਆਂ ਦੇ ਡੂੰਘੇ ਪ੍ਰਭਾਵ ਤੇ ਜ਼ੋਰ ਦਿੱਤਾ। ਅਦਾਲਤ ਵੱਲੋਂ ਸਜ਼ਾ ਸੁਣਾਏ ਜਾਣ ਤੋਂ ਬਾਅਦ ਮੈਕਨੋਰਗਨ ਦੀ ਰੱਖਿਆ ਟੀਮ ਨੇ ਅਪੀਲ ਦਾਇਰ ਕੀਤੀ ਹੈ। ਇਸ ਦੇ ਨਾਲ ਬਜ਼ੁਰਗ ਔਰਤ ਦੀ ਘਰ ਦੀ ਨਜ਼ਰਬੰਦੀ ਦੇ ਨਾਲ 5 ਸਾਲ ਦੀ ਡਰਾਈਵਿੰਗ ਤੇ ਵੀ ਬੈਨ ਲਗਾਇਆ ਗਿਆ ਹੈ। ਇਸ ਮਾਮਲੇ ਵਿੱਚ ਸਜ਼ਾ ਸੁਣਾਉਣ ਦੇ ਦੌਰਾਨ ਜਸਟਿਸ ਹੇਬਨਰ ਨੇ ਦੁਖਦਾਈ ਰਾਤ ਦੇ ਵੇਰਵਿਆਂ ਦੀ ਸਮੀਖਿਆ ਕੀਤੀ। ਮੈਕਨੋਰਗਨ ਦੀ ਇਮਾਨਦਾਰੀ ਨਾਲ ਮਾਫੀ ਨੂੰ ਸਵੀਕਾਰ ਕੀਤਾ, ਪਰ ਜ਼ਿੰਮੇਵਾਰੀ ਨੂੰ ਪੂਰੀ ਤਰ੍ਹਾਂ ਸਵੀਕਾਰ ਕਰਨ ਵਿੱਚ ਉਸ ਦੀ ਅਸਫਲਤਾ ਨੂੰ ਉਜਾਗਰ ਕੀਤਾ। ਜੱਜ ਨੇ ਪ੍ਰਭਾਵਿਤ ਪਰਿਵਾਰਾਂ ਦੇ ਪੀੜਤਾਂ ਦੇ ਪ੍ਰਭਾਵ ਦੇ ਬਿਆਨ ਅਤੇ ਮੈਕਨੋਰਗਨ ਦੇ ਦੋਸਤਾਂ ਅਤੇ ਪਰਿਵਾਰ ਦੇ ਸਮਰਥਨ ਦੇ ਪੱਤਰ ਵੀ ਪੜ੍ਹੇ। ਮਾਮਲੇ ਦੀ ਸੁਣਵਾਈ ਦੌਰਾਨ ਕ੍ਰਾਊਨ ਨੇ 4 ਸਾਲ ਦੀ ਕੈਦ ਦੀ ਸਜ਼ਾ ਦੀ ਮੰਗ ਕੀਤੀ ਸੀ, ਪਰ ਬਚਾਅ ਪੱਖ ਨੇ ਵਧੇਰੇ ਨਰਮ ਸਜ਼ਾ ਦੀ ਬੇਨਤੀ ਕੀਤੀ। ਜਿਵੇਂ ਕਿ ਕੈਨੇਡਾ ਦੇ 2 ਸਭ ਤੋਂ ਵੱਡੇ ਰੇਲਵੇ ਅਤੇ ਉਹਨਾਂ ਦੇ ਕਰਮਚਾਰੀਆਂ ਵਿਚਕਾਰ ਗੱਲਬਾਤ ਜਾਰੀ ਹੈ, ਕੈਨੇਡੀਅਨ ਦੇਸ਼ ਵਿਆਪੀ ਰੇਲ ਹੜਤਾਲ ਜਾਂ ਤਾਲਾਬੰਦੀ ਦੇ ਸੰਭਾਵੀ ਨਤੀਜਿਆਂ ਲਈ ਤਿਆਰੀ ਕਰ ਰਹੇ ਹਨ। ਟੀਮਸਟਰ ਕੈਨੇਡਾ ਰੇਲ ਕਾਨਫਰੰਸ ਨਾਲ ਸਮਝੌਤੇ ਤੱਕ ਪਹੁੰਚਣ ਲਈ ਕੈਨੇਡੀਅਨ ਪੈਸੀਫਿਕ ਕੈਂਸਰ ਸਿਟੀ CPKC ਲਿਮਿਟਿਡ ਅਤੇ ਕੈਨੇਡੀਅਨ ਨੈਸ਼ਨਲ ਰੇਲਵੇ ਕੋਲ ਵੀਰਵਾਰ ਤੱਕ ਦੀ ਸਮਾਂ ਸੀਮਾ ਹੈ, ਜੋ ਕਿ 9000 ਤੋਂ ਵੱਧ ਕਾਮਿਆਂ ਦੀ ਨੁਮਾਇੰਦਗੀ ਕਰਦੀ ਹੈ। ਜਾਣਕਾਰੀ ਮੁਤਾਬਕ ਦੇਸ਼ ਦੇ ਅੱਧੇ ਤੋਂ ਵੱਧ ਨਿਰਯਾਤ ਰੇਲ ਦੁਆਰਾ ਟਰਾਂਸਪੋਰਟ ਕੀਤੇ ਜਾਣ ਦੇ ਨਾਲ ਇੱਕ ਕੰਮ ਰੁਕਣ ਨਾਲ ਸਪਲਾਈ ਲੜੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀ ਹੈ, ਜਿਸ ਨਾਲ ਮੀਟ, ਕਾਰਾਂ ਅਤੇ ਗੈਸ ਵਰਗੀਆਂ ਜ਼ਰੂਰੀ ਵਸਤਾਂ ਦੀ ਕਮੀ
ਹੋ ਸਕਦੀ ਹੈ। ਪਹਿਲਾਂ ਹੀ ਦੋਵੇਂ ਰੇਲਵੇ ਨੇ ਸੰਭਾਵਿਤ ਹੜਤਾਲ ਦੀ ਉਮੀਦ ਵਿੱਚ ਤਾਪਮਾਨ ਸੰਵੇਦਨਸ਼ੀਲ ਵਸਤੂਆਂ ਜਿਵੇਂ ਕਿ ਮੀਟ ਦੀ ਸ਼ਿਪਮੈਂਟ ਨੂੰ ਰੋਕ ਦਿੱਤਾ ਗਿਆ ਹੈ। ਇਸ ਦੇ ਨਤੀਜੇ ਵਜੋਂ ਮੀਟ ਉਦਯੋਗ ਲਈ ਲੱਖਾਂ ਡਾਲਰਾਂ ਦਾ ਨੁਕਸਾਨ ਹੋ ਸਕਦਾ ਹੈ ਤੇ ਹਫ਼ਤੇ ਦੇ ਅੰਦਰ ਕਰਿਆਨੇ ਦੀਆਂ ਦੁਕਾਨਾਂ ਦੀਆਂ ਸ਼ੈਲਫਾਂ ਤੇ ਧਿਆਨ ਦੇਣ ਯੋਗ ਕਮੀ ਹੋ ਸਕਦੀ ਹੈ। ਆਟੋ ਉਦਯੋਗ ਨੂੰ ਵਿਘਨ ਵਾਲੀਆਂ ਰੇਲ ਸੇਵਾਵਾਂ ਦੇ ਕਾਰਨ ਕਾਰ ਦੀ ਸਪੁਰਦਗੀ ਵਿੱਚ ਦੇਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਵਿੱਚ ਸੰਭਾਵਿਤ ਤੌਰ ਤੇ ਖਪਤਕਾਰਾਂ ਨੂੰ ਲੰਬੇ ਸਮੇਂ ਤੱਕ ਉਡੀਕ ਕਰਨੀ ਪੈ ਸਕਦੀ ਹੈ। ਕੈਨੇਡਾ ਤੇ ਯੂਐਸ ਦਰਮਿਆਨ ਨਾਜ਼ੁਕ ਸੰਬੰਧਾਂ ਤੇ ਜ਼ੋਰ ਦਿੰਦੇ ਹੋਏ ਸੰਯੁਕਤ ਰਾਜ ਵਿੱਚ ਕੈਨੇਡਾ ਦੇ ਰਾਜਦੂਤ ਕਿਰਸਟਨ ਹਿਲਮੈਨ ਅਮਰੀਕੀ ਡੈਮੋਕ੍ਰੇਟਸ ਦੇ ਨਾਲ ਉਹਨਾਂ ਦੇ ਰਾਸ਼ਟਰੀ ਸੰਮੇਲਨ ਵਿੱਚ ਸਰਗਰਮੀ ਨਾਲ ਸ਼ਾਮਲ ਹੋ ਰਹੇ ਹਨ। ਜਿਵੇਂ ਕਿ ਡੈਮੋਕ੍ਰੇਟਸ ਆਪਣੀ ਵਿਦੇਸ਼ ਨੀਤੀ ਨੂੰ ਆਕਾਰ ਦੇ ਰਹੇ ਹਨ ਅਤੇ ਆਉਣ ਵਾਲੀਆਂ ਚੋਣਾਂ ਲਈ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਪਿੱਛੇ ਰੈਲੀ ਕਰ ਰਹੇ ਹਨ। ਹਿਲਮੈਨ ਇਸ ਗੱਲ ਤੇ ਧਿਆਨ ਕੇਂਦਰਿਤ ਕਰ ਰਿਹਾ ਹੈ ਕਿ ਕਿਵੇਂ ਕੈਨੇਡਾ ਅਮਰੀਕਾ ਦੇ ਲਚਕੀਲੇਪਨ, ਸੁਰੱਖਿਆ ਤੇ ਖੁਸ਼ਹਾਲੀ ਵਿੱਚ ਯੋਗਦਾਨ ਪਾਉਂਦਾ ਹੈ। ਜਾਣਕਾਰੀ ਮੁਤਾਬਕ ਇਹ ਕਨਵੈਨਸ਼ਨ 4 ਦਿਨਾਂ ਦਾ ਸਮਾਗਮ ਹੈ, ਜਿਸ ਵਿੱਚ ਹਜ਼ਾਰਾਂ ਪਾਰਟੀ ਮੈਂਬਰਾਂ ਅਤੇ ਸਿਆਸਤਦਾਨ ਹੈਰਿਸ ਦੇ ਸਮਰਥਨ ਲਈ ਆ ਰਹੇ ਹਨ ਕਿਉਂਕਿ ਉਹ ਚੋਣ ਟਿਕਟ ਤੇ ਅਗਵਾਈ ਕਰ ਰਹੀ ਹੈ। ਰਿਪੋਰਟ ਮੁਤਾਬਕ ਬੀਤੇ ਸੋਮਵਾਰ ਰਾਤ ਨੂੰ ਹੈਰਿਸ ਦੀ ਇੱਕ ਹੈਰਾਨੀਜਨਕ ਦਿੱਖ ਦੇਖਣ ਨੂੰ ਮਿਲੀ, ਜਿਸ ਨੇ ਇੱਕ ਪ੍ਰਤੀਬਿੰਬਤ ਭਾਸ਼ਣ ਵਿੱਚ ਹੈਰਿਸ ਨੂੰ ਲੀਡਰਸ਼ਿਪ ਦਾ ਡੰਡਾ ਸੌਂਪਣ ਤੋਂ ਪਹਿਲਾਂ ਰਾਸ਼ਟਰਪਤੀ ਜੋ ਬਾਈਡਨ ਦਾ ਧੰਨਵਾਦ ਕਰਦੇ ਦੇਖਿਆ ਗਿਆ। ਇਸ ਵਿੱਚ ਦੱਸਿਆ ਗਿਆ ਕਿ ਹਿਲਮੈਨ ਦੇ ਨਾਲ ਲਿਬਰਲ ਐਮਪੀ ਜੌਨ ਮੈਕੇ ਅਤੇ ਬਲਾਕ ਕੈਬੇਕਵਾ ਲੀਡਰ ਯੀਵਸ ਫ੍ਰਾਂਸਵਾ ਬਲੈਂਕੇ ਸਮੇਤ ਹੋਰ ਕੈਨੇਡੀਅਨ ਸ਼ਾਮਲ ਹੋਏ ਜੋ ਅਮਰੀਕੀ ਸੰਸਦ ਮੈਂਬਰਾਂ ਨਾਲ ਸੰਬੰਧ ਬਣਾਉਣ ਲਈ ਸੰਮੇਲਨ ਵਿੱਚ ਸ਼ਾਮਲ ਹੋ ਰਹੇ ਹਨ। ਇਵੈਂਟ ਦੇ ਭਾਸ਼ਣ ਹੈਰਿਸ ਦੀ ਭਵਿੱਖੀ ਲੀਡਰਸ਼ਿਪ ਲਈ ਇੱਕ ਆਸ਼ਾਵਾਦੀ ਸੁਰ ਸਥਾਪਿਤ ਕਰ ਰਹੇ ਹਨ, ਜਦੋਂ ਕਿ ਕੈਨੇਡਾ ਤੇ ਯੂਐਸ ਵਿਚਕਾਰ ਵਪਾਰਕ ਅਤੇ ਦੁਵੱਲੇ ਮੁੱਦਿਆਂ ਨੂੰ ਸੰਬੋਧਿਤ ਕਰਦੇ ਹੋਏ ਰਾਸ਼ਟਰਪਤੀ ਚੋਣ ਮੁਹਿੰਮ ਗਰਮ ਹੋ ਗਈ ਹੈ। ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਕੈਨੇਡਾ ਵਿੱਚ ਸਾਲਾਨਾ ਮਹਿੰਗਾਈ ਦਰ ਜੁਲਾਈ ਵਿੱਚ ਘਟ ਕੇ 2.5% ਹੋ ਗਈ ਹੈ, ਜੋ ਕਿ ਮਾਰਚ 2021 ਤੋਂ ਬਾਅਦ ਕੀਮਤਾਂ ਵਿੱਚ ਵਾਧੇ ਦੀ ਸਭ ਤੋਂ ਘੱਟ ਰਫ਼ਤਾਰ ਨੂੰ ਦਰਸਾਉਂਦੀ ਹੈ। ਇਹ ਗਿਰਾਵਟ ਜੂਨ ਵਿੱਚ 2.7% ਮਹਿੰਗਾਈ ਦਰ ਤੋਂ ਬਾਅਦ ਹੈ, ਜੋ ਕਿ ਯਾਤਰਾ ਟੂਰ, ਯਾਤਰੀ ਵਾਹਨਾਂ ਅਤੇ ਬਿਜਲੀ ਲਈ ਘੱਟ ਕੀਮਤਾਂ ਕਰਕੇ ਹੋਈ ਹੈ। ਟੀਡੀ ਬੈਂਕ ਦੇ ਅਰਥ ਸ਼ਾਸਤਰ ਦੇ ਨਿਰਦੇਸ਼ਕ ਜੇਮਸ ਔਰਲੈਂਡੋ ਨੇ ਨੋਟ ਕੀਤਾ ਕਿ ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਮਹਿੰਗਾਈ ਬੈਂਕ ਆਫ ਕੈਨੇਡਾ ਦੇ 2% ਦੇ ਟੀਚੇ ਵੱਲ ਲਗਾਤਾਰ ਵਾਪਸ ਜਾ ਰਹੀ ਹੈ। ਹਾਲਾਂਕਿ ਗੈਸ ਦੀਆਂ ਕੀਮਤਾਂ ਮਹੀਨੇ ਦਰ ਮਹੀਨੇ 2.4% ਵਧੀਆਂ ਹਨ। ਖੁਰਾਕੀ ਮਹਿੰਗਾਈ ਥੋੜੀ ਜਿਹੀ ਘਟੀ ਹੈ, ਜੋ ਕਿ ਜੂਨ ਦੇ 2.8% ਦੇ ਮੁਕਾਬਲੇ ਸਾਲਾਨਾ 2.7% ਦੀ ਦਰ ਤੇ ਵਧ ਰਹੀ ਹੈ। ਖਪਤਕਾਰ ਮੋਲ ਸੂਚਕਾਂਕ ਦਾ ਆਸਰਾ ਹਿੱਸਾ ਸਮੁੱਚੀ ਮਹਿੰਗਾਈ ਵਿੱਚ ਇੱਕ ਮਹੱਤਵਪੂਰਨ ਕਾਰਕ ਨੇ ਵੀ ਮਾਰਕੀਟ ਦੇ ਠੰਡਾ ਹੋਣ ਦੇ ਸੰਕੇਤ ਦਿਖਾਏ, ਜੋ ਜੂਨ ਵਿੱਚ 6.2% ਤੋਂ ਘਟ ਕੇ 5.7% ਹੋ ਗਿਆ। ਕਿਰਾਇਆ ਹਾਲਾਂਕਿ ਅਜੇ ਵੀ ਉੱਚਾ ਹੈ, ਉਹ ਵੀ ਜੁਲਾਈ ਵਿੱਚ ਪਿਛਲੇ ਮਹੀਨੇ 8.8% ਤੋਂ ਘਟ ਕੇ 8.5% ਹੋ ਗਿਆ। ਖਾਸ ਤੌਰ ਤੇ ਯਾਤਰੀ ਵਾਹਨਾਂ ਦੀਆਂ ਕੀਮਤਾਂ ਪਿਛਲੇ 2 ਮਹੀਨਿਆਂ ਤੋਂ ਸਾਲ ਦਰ ਸਾਲ ਘਟੀਆਂ ਹਨ। ਨਵੇਂ ਵਾਹਨਾਂ ਦੀਆਂ ਕੀਮਤਾਂ ਵਿੱਚ ਸਿਰਫ 1% ਦਾ ਵਾਧਾ ਹੋਇਆ ਹੈ ਅਤੇ ਵਰਤੀਆਂ ਗਈਆਂ ਕਾਰਾਂ ਦੀਆਂ ਕੀਮਤਾਂ ਵਿੱਚ ਸਾਲਾਨਾ 5.7% ਦੀ ਗਿਰਾਵਟ ਆਈ ਹੈ। ਇਸ ਗਿਰਾਵਟ ਦਾ ਕਾਰਨ ਵਸਤੂ ਸੂਚੀ ਦੇ ਪੱਧਰਾਂ ਵਿੱਚ ਸੁਧਾਰ ਹੋਇਆ ਹੈ, ਜਿਸ ਨਾਲ ਖਪਤਕਾਰਾਂ ਦੀ ਮੰਗ ਨੂੰ ਨਵੇਂ ਵਾਹਨਾਂ ਵੱਲ ਮੋੜਿਆ ਗਿਆ ਹੈ। ਯਾਤਰਾ ਸੰਬੰਧਿਤ ਖਰਚੇ, ਟੂਰ, ਰਿਹਾਇਸ਼ ਅਤੇ ਹਵਾਈ ਆਵਾਜਾਈ ਸਮੇਤ ਨੇ ਵੀ ਜੁਲਾਈ ਵਿੱਚ ਸਾਲ ਦਰ ਸਾਲ ਕੀਮਤਾਂ ਵਿੱਚ ਗਿਰਾਵਟ ਦੇਖੀ। ਹਾਲਾਂਕਿ ਇਹ ਮਹੀਨੇ ਦਰ ਮਹੀਨੇ ਦੇ ਆਧਾਰ ਤੇ ਵਧੇ ਹਨ। ਆਧਾਰ ਸਾਲ ਪ੍ਰਭਾਵ, ਜੋ ਕਿ ਸਾਲਾਨਾ ਅੰਕੜਿਆਂ ਤੇ ਪਿਛਲੇ ਸਾਲ ਦੀਆਂ ਕੀਮਤਾਂ ਦੀ ਗਤੀ ਤੇ ਪ੍ਰਭਾਵ ਨੂੰ ਸਮਝਦਾ ਹੈ, ਨੇ ਯਾਤਰਾ, ਟੂਰ ਅਤੇ ਬਿਜਲੀ ਲਈ ਮਹਿੰਗਾਈ ਨੂੰ ਘਟਾਉਣ ਵਿੱਚ ਭੂਮਿਕਾ ਨਿਭਾਈ, ਜਿਸ ਕਰਕੇ ਅਰਥ ਸ਼ਾਸਤਰ ਔਰਲੈਂਡੋ ਨੂੰ ਉਮੀਦ ਹੈ ਕਿ ਬੇਸ ਸਾਲ ਦੇ ਪ੍ਰਭਾਵ ਦੇ ਆਉਣ ਵਾਲੇ ਮਹੀਨਿਆਂ ਵਿੱਚ ਮਹਿੰਗਾਈ ਠੰਡੀ ਰਹੇਗੀ। ਇਸ ਦੇ ਜਾਰੀ ਹੋਣ ਦੀ ਉਮੀਦ ਹੈ, ਜੋ ਸੰਭਾਵੀ ਤੌਰ ਤੇ ਅਗਸਤ ਵਿੱਚ ਖਪਤਕਾਰ ਕੀਮਤ ਸੂਚਕਾਂਕ ਨੂੰ ਹੋਰ ਸੌਖਾ ਕਰ ਸਕਦਾ ਹੈ। ਕਬੈਕ ਦੇ ਪ੍ਰੀਮੀਅਰ ਫ੍ਰਾਂਸਵਾ ਲੀਗੋ ਨੇ ਸਤੰਬਰ ਤੋਂ ਸ਼ੁਰੂ ਹੋਣ ਵਾਲੇ ਮੌਂਟਰੀਅਲ ਵਿੱਚ ਘੱਟ ਤਨਖਾਹ ਵਾਲੀਆਂ ਨੌਕਰੀਆਂ ਲਈ ਨਵੇਂ ਅਸਥਾਈ ਵਿਦੇਸ਼ੀ ਕਾਮਿਆਂ ਤੇ 6 ਮਹੀਨੇ ਦੇ ਫ੍ਰੀਜ਼ ਦਾ ਐਲਾਨ ਕੀਤਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪ੍ਰੀਮੀਅਰ ਦੇ ਇਸ ਫੈਸਲੇ ਦਾ ਉਦੇਸ਼ ਨਵੇਂ ਆਏ ਲੋਕਾਂ ਨੂੰ ਏਕੀਕ੍ਰਿਤ ਕਰਨ ਲਈ ਸੂਬੇ ਦੀ ਸਮਰੱਥਾ ਬਾਰੇ ਚਿੰਤਾਵਾਂ ਨੂੰ ਦੂਰ ਕਰਨਾ ਹੈ, ਕਿਉਂਕਿ ਕਬੈਕ ਵਿੱਚ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ 2 ਸਾਲਾਂ ਵਿੱਚ ਦੁੱਗਣੀ ਹੋ ਕੇ 6 ਲੱਖ ਹੋ ਗਈ ਹੈ। ਜਾਣਕਾਰੀ ਮੁਤਾਬਕ ਇਹ ਫ੍ਰੀਜ਼ ਮੌਜੂਦਾ ਅਸਥਾਈ ਕਰਮਚਾਰੀਆਂ ਦੇ ਨਵੀਨੀਕਰਨ ਨੂੰ ਵੀ ਪ੍ਰਭਾਵਿਤ ਕਰੇਗਾ, ਪਰ ਅਧਿਆਪਕਾਂ ਤੇ ਨਰਸਾਂ ਵਰਗੀਆਂ ਜ਼ਰੂਰੀ ਭੂਮਿਕਾਵਾਂ ਤੇ ਅਤੇ $57,000 ਤੋਂ ਵੱਧ ਤਨਖਾਹਾਂ ਵਾਲੀਆਂ ਨੌਕਰੀਆਂ ਲਈ ਅਪਵਾਦ ਹੋਣਗੇ। ਉਸਾਰੀ ਅਤੇ ਫੂਡ ਪ੍ਰੋਸੈਸਿੰਗ ਸੈਕਟਰ ਵੀ ਇਸ ਫ੍ਰੀਜ਼ ਤੋਂ ਮੁਕਤ ਹਨ। ਕਾਬਲੇ ਗੌਰ ਹੈ ਕਿ ਇਹ ਉਪਾਅ ਉਦੋਂ ਆਉਂਦਾ ਹੈ ਜਦੋਂ ਕਬੈਕ ਫ੍ਰੈਂਚ ਭਾਸ਼ਾ ਦੀ ਸੰਭਾਲ ਨਾਲ ਸੰਬੰਧਿਤ ਮੁੱਦਿਆਂ ਅਤੇ ਉੱਚ ਆਵਾਜ਼ ਪੱਧਰਾਂ ਦੇ ਪ੍ਰਭਾਵਾਂ ਨਾਲ ਜੂਝ ਰਿਹਾ ਹੈ। ਦੱਸਦੇ ਕਿ ਇਸ ਐਲਾਨ ਦੇ ਨਾਲ ਹੀ ਫੈਡਰਲ ਸਰਕਾਰ ਨੇ ਸਥਾਈ ਵਿਰਾਮ ਨੂੰ ਮਨਜ਼ੂਰੀ ਦੇ ਦਿੱਤੀ ਹੈ, ਪਰ ਇਸ ਫੈਸਲੇ ਨੇ ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨਸ ਐਂਡ ਚੈਂਬਰ ਆਫ ਕਾਮਰਸ ਆਫ ਮੈਟਰੋਪੋਲੀਟਨ ਮੌਂਟਰੀਅਲ ਸਮੇਤ ਵਪਾਰਕ ਸਮੂਹਾਂ ਵਿੱਚ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ। ਇਸ ਫੈਸਲੇ ਦੇ ਨਾਲ ਪ੍ਰੋਵਿੰਸ ਵਿਦੇਸ਼ੀ ਵਿਦਿਆਰਥੀਆਂ ਤੇ ਹੋਰ ਪਾਬੰਦੀਆਂ ਦੀ ਵੀ ਯੋਜਨਾ ਬਣਾ ਰਿਹਾ ਹੈ ਅਤੇ ਫੈਡਰਲ ਨਿਯੰਤਰਣ ਅਧੀਨ ਗੈਰ ਅਸਥਾਈ ਨਿਵਾਸੀਆਂ ਨੂੰ ਘਟਾਉਣ ਦੀ ਮੰਗ ਕਰ ਰਿਹਾ ਹੈ।
ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਵਜੋਂ ਜਾਣੀ ਜਾਂਦੀ ਮਾਰੀਆ ਬ੍ਰੇਨੀਆਸ ਮੋਰੇਰਾ ਦਾ 117 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਸਦੇ ਪਰਿਵਾਰ ਨੇ ਬੀਤੇ ਦਿਨ ਇਸ ਦੀ ਪੁਸ਼ਟੀ ਕੀਤੀ। 4 ਮਾਰਚ 1907 ਨੂੰ ਸੈਨ ਫਰਾਂਸਿਸਕੋ ਵਿੱਚ ਪੈਦਾ ਹੋਈ ਬ੍ਰੇਨੀਆਸ 2 ਮਹਾਮਾਰੀ, 2 ਵਿਸ਼ਵ ਯੁੱਧ ਅਤੇ ਕਈ ਕੁਦਰਤੀ ਆਫਤਾਂ ਸਮੇਤ ਕਈ ਇਤਿਹਾਸਕ ਘਟਨਾਵਾਂ ਵਿੱਚੋਂ ਲੰਘੀ। ਉਹਨਾਂ ਦੇ ਪਰਿਵਾਰ ਨੇ ਸਾਂਝਾ ਕੀਤਾ ਕਿ ਉਹਨਾਂ ਦੀ ਨੀਂਦ ਵਿੱਚ ਸ਼ਾਂਤੀ ਨਾਲ ਮੌਤ ਹੋ ਗਈ, ਜਿਵੇਂ ਉਹਨਾਂ ਨੇ ਇੱਛਾ ਜ਼ਾਹਰ ਕੀਤੀ ਸੀ। ਆਪਣੀ ਜੀਵ ਵਿਗਿਆਨਿਕ ਉਮਰ ਦਾ ਅਧਿਐਨ ਕਰਨ ਵਾਲੇ ਵਿਗਿਆਨੀ ਮਾਨੁਅਲ ਐਸ ਟੇਲਰ ਦੇ ਅਨੁਸਾਰ ਬ੍ਰੇਨੀਆਸ ਨੇ ਆਪਣੀ ਬਾਅਦ ਦੀ ਜ਼ਿੰਦਗੀ ਦਾ ਬਹੁਤ ਹਿੱਸਾ ਸਪੇਨ ਵਿੱਚ ਬਿਤਾਇਆ ਤੇ ਬੁਢਾਪੇ ਵਿੱਚ ਮਾਨਸਿਕ ਤੌਰ ਤੇ ਚੰਗੀ ਤਰ੍ਹਾਂ ਨਾਲ ਤਿੱਖੀ ਰਹੀ। 113 ਸਾਲ ਦੀ ਉਮਰ ਵਿੱਚ ਕੋਵਿਡ-19 ਦਾ ਇਕਰਾਰਨਾਮਾ ਕਰਨ ਦੇ ਬਾਵਜੂਦ ਉਹਨਾਂ ਨੇ ਆਪਣੀ ਲਚਕਤਾ ਦਾ ਪ੍ਰਦਰਸ਼ਨ ਕਰਦੇ ਹੋਏ ਗੰਭੀਰ ਲੱਛਣਾਂ ਤੋਂ ਪਰਹੇਜ਼ ਕੀਤਾ। ਜਾਣਕਾਰੀ ਮੁਤਾਬਕ ਬ੍ਰੇਨੀਆਸ ਆਪਣੇ ਹਾਸੇ ਮਜ਼ਾਕ ਅਤੇ ਬੁੱਧੀ ਲਈ ਜਾਣੀ ਜਾਂਦੀ ਸੀ, ਜੋ ਅਕਸਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਸੁਪਰ ਕੈਟਲਨ ਗ੍ਰੈਂਡਮਾ ਤੇ ਜੀਵਨ ਸੰਬੰਧੀ ਸਲਾਹਾਂ ਸਾਂਝੀਆਂ ਕਰਦੀ ਸੀ। ਬ੍ਰੇਨੀਆਸ ਦੀ ਮੌਤ ਤੋਂ ਬਾਅਦ ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਦਾ ਖਿਤਾਬ ਹੁਣ ਜਾਪਾਨ ਦੇ ਟੋਮੀਕੋ ਆਇਟੂਕਾ ਦੇ ਕੋਲ ਪਹੁੰਚ ਗਿਆ, ਜੋ 116 ਸਾਲ ਦੇ ਹਨ। ਜੈਰੈਂਟੋਲੋਜੀ ਰਿਸਰਚ ਗਰੁੱਪ, ਜੋ 110 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਟਰੈਕ ਕਰਦਾ ਹੈ, ਨੇ ਪਿਛਲੇ ਸਾਲ ਫ੍ਰੈਂਚ ਨਨ ਲੂਸੀਲ ਰੈਂਡਨ ਦੇ ਗੁਜ਼ਰਨ ਤੋਂ ਬਾਅਦ ਬ੍ਰੇਨੀਆਸ ਨੂੰ ਸਭ ਤੋਂ ਬਜ਼ੁਰਗ ਔਰਤ ਵਜੋਂ ਸੂਚੀਬੱਧ ਕੀਤਾ ਸੀ। ਜਨਰਲ ਹਸਪੀਟਲ ਡਰਾਮਾ ਸੀਰੀਜ਼ ਦੇ ਸਾਬਕਾ ਹਾਲੀਵੁੱਡ ਐਕਟਰ ਜੌਨੀ ਵੈਕਟਰ ਦੀ ਹੱਤਿਆ ਦੇ ਸੰਬੰਧ ਵਿੱਚ 4 ਵਿਅਕਤੀਆਂ ਤੇ ਦੋਸ਼ ਲਗਾਇਆ ਗਿਆ ਹੈ, ਜਿਸ ਦਾ ਮਈ ਵਿੱਚ ਲਾਸ ਐਂਜਲਸ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਲਾਸ ਐਂਜਲਸ ਕਾਉਂਟੀ ਡਿਸਟ੍ਰਿਕਟ ਅਟਾਰਨੀ ਦੇ ਦਫ਼ਤਰ ਨੇ ਬੀਤੇ ਸੋਮਵਾਰ ਨੂੰ ਐਲਾਨ ਕੀਤਾ ਕਿ 18 ਸਾਲਾ ਰੋਬਰਟ ਬਾਸਿਲੋ ਅਤੇ ਸਰਜੀਓ ਐਸਟਾਡਾ ਦੇ ਕਤਲ, ਵੱਡੀ ਚੋਰੀ ਅਤੇ ਡਕੈਤੀ ਦੀ ਕੋਸ਼ਿਸ਼ ਦੇ ਦੋਸ਼ ਲਗਾਏ ਗਏ ਹਨ। ਬਾਸਿਲੋ ਨੂੰ ਬਿਨਾਂ ਜ਼ਮਾਨਤ ਦੇ ਰੱਖਿਆ ਗਿਆ ਹੈ ਤੇ ਉਸ ਨੂੰ ਉਮਰ ਕੈਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਦੋਂ ਕਿ ਐਸਟਰਾਡਾ ਦੀ ਜ਼ਮਾਨਤ $2 ਮਿਲੀਅਨ ਤੋਂ ਵੱਧ ਨਿਰਧਾਰਿਤ ਕੀਤੀ ਗਈ ਹੈ ਅਤੇ ਜੇਕਰ ਦੋਸ਼ੀ ਠਹਿਰਾਇਆ ਜਾਂਦਾ ਹੈ ਤਾਂ ਵੱਧ ਤੋਂ ਵੱਧ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ। ਜੌਨੀ ਵੈਕਟਰ ਦੇ ਕਤਲ ਮਾਮਲੇ ਵਿੱਚ 2 ਵਾਧੂ ਸ਼ੱਕੀਆਂ 18 ਸਾਲਾਂ ਦੇ ਲਿਓਨੈਲ ਗੁਟੀਏਰੇਜ਼ ਅਤੇ 22 ਸਾਲਾ ਫ੍ਰੈਂਕ ਪੋਲਾਨੋ ਤੇ ਘੱਟ ਅਪਰਾਧਾਂ ਦਾ ਦੋਸ਼ ਲਗਾਇਆ ਗਿਆ ਹੈ। ਗੁਟੀਏਰੇਜ਼ ਨੂੰ ਡਕੈਤੀ ਦੀ ਕੋਸ਼ਿਸ਼ ਅਤੇ ਵੱਡੀ ਚੋਰੀ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦੀ ਜ਼ਮਾਨਤ $1 ਮਿਲੀਅਨ ਤੋਂ ਵੱਧ ਹੈ। ਪੋਲਾਨੋ ਤੇ ਕਤਲ ਅਤੇ ਹੋਰ ਅਪਰਾਧਾਂ ਦੇ ਤੱਥ ਤੋਂ ਬਾਅਦ ਸਹਾਇਕ ਹੋਣ ਦਾ ਦੋਸ਼ ਲਗਾਇਆ ਗਿਆ ਹੈ, ਜਿਸ ਦੀ ਜ਼ਮਾਨਤ $1,20,000 ਹੈ। ਇਹ ਦੋਸ਼ ਜੌਨੀ ਵੈਕਟਰ, ਜੋ ਕਿ 37 ਸਾਲ ਦੇ ਸਨ, ਤੇ ਕਤਲ ਤੋਂ ਬਾਅਦ ਲੱਗੇ ਹਨ, ਜੋ ਕਿ ਇੱਕ ਕੈਟਾਲਿਟਿਕ ਕਨਵਰਟਰ ਚੋਰੀ ਵਿੱਚ ਦਖਲ ਦਿੰਦੇ ਹੋਏ ਮਾਰੇ ਗਏ। ਦੱਸਦੇ ਕਿ ਇਸ ਮਾਮਲੇ ਵਿੱਚ ਸੁਰੱਖਿਆ ਕੈਮਰਿਆਂ ਦੀ ਫੁਟੇਜ ਜਾਰੀ ਕਰਨ ਤੋਂ ਬਾਅਦ ਇਹ ਗ੍ਰਿਫਤਾਰੀਆਂ ਹੋਈਆਂ ਹਨ, ਜਿਸ ਵਿੱਚ ਸ਼ੱਕੀ ਵਿਅਕਤੀਆਂ ਨੂੰ ਚੋਰੀ ਹੋਏ ਵਾਹਨ ਵਿੱਚ ਦਿਖਾਇਆ ਗਿਆ ਹੈ। LAPD ਦੇ ਮੁਖੀ ਡੋਮਿਨਿਕ ਚੋਏ ਨੇ ਦੋਸ਼ਾਂ ਵਿੱਚ ਭਰੋਸਾ ਪ੍ਰਗਟਾਇਆ ਤੇ ਜ਼ਿਲ੍ਹਾ ਅਟਾਰਨੀ ਜਾਰਜ ਗੈਸਕਨ ਨੇ ਵੈਕਟਰ ਲਈ ਨਿਆਂ ਦੀ ਮੰਗ ਕਰਨ ਦੀ ਸਹੁੰ ਖਾਧੀ। ਇਸ ਦੌਰਾਨ ਲਾਸ ਐਂਜਲਸ ਦੇ ਮੇਅਰ ਕੈਰਨ ਬੇਸ ਨੇ ਪੁਲਿਸ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਸ਼ਹਿਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹੋਰ ਉਪਾਵਾਂ ਦੀ ਮੰਗ ਕੀਤੀ। ਦੱਸਦੇ ਕਿ ਇਸ ਮਾਮਲੇ ਵਿੱਚ ਅਜੇ ਵੀ ਜਾਂਚ ਜਾਰੀ ਹੈ। ਬੁਲੇਟਿਨ ਦੇ ਵਿੱਚ ਅੱਜ ਲਈ ਇੰਨਾ ਹੀ। ਹੋਰ ਤੋਂ ਹਾਜ਼ਰ ਹੋਵਾਂਗੇ ਨਵੀਆਂ ਖਬਰਾਂ ਦੇ ਨਾਲ। ਤੁਸੀਂ ਵੇਖਦੇ ਰਹੋ BTV ਬ੍ਰਾਡਕਾਸਟਿੰਗ। ਬੀ ਪੋਜ਼ਿਟਿਵ, ਬੀ ਯੋਰਸੈਲਫ।